ਆਪ ਜੀ ਦਾ ਫਿਰ ਸਵਾਗਤ ਹੈ। ਔਰ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਸਾਡੇ ਭਕਨਾ ਸਾਹਿਬ ਜੋ ਕਿ ਪੰਜਾਬੀ ਵਾਸਤੇ ਬੜੇ ਯਤਨਸ਼ੀਲ ਨੇ, ਕਿਉਂਕਿ ਜਦੋਂ ਗਵਰਨਮੈਂਟ ਨੇ ਕਿਹਾ ਵੀ ਭਈ ਬੱਚੇ ਪੜ੍ਹਨ ਲਈ ਤੇ ਆਉਂਦੇ ਨਹੀਂ ਔਰ ਉਹ ਮਤਲਬ A ਲੈਵਲ ਜਿਹੜੇ ਨੇ ਉਹਨੂੰ ਸਕ੍ਰੈਪ ਕਰਨ ਦੀ ਸੋਚ ਰਹੀ ਗਵਰਨਮੈਂਟ, ਤੇ ਇਹਨਾਂ ਨੇ ਕੰਪੇਨ ਚਲਾਈ। ਤੇ ਇਸੇ ਤਰ੍ਹਾਂ ਹੀ ਸਾਡੇ ਜਰਨੈਲ ਜੀ ਵੀ ਜੋ ਕਿ MLA ਵੀ ਨੇ ਤੇ ਪੰਜਾਬੀ ਅਕੈਡਮੀ ਦਿੱਲੀ ਦੇ ਵਾਈਸ ਚੇਅਰ ਨੇ। ਇਹਨਾਂ ਸਾਰਿਆਂ ਨੂੰ ਚਿੰਤਾ ਹੈ क्योंकि सीधी जी गल है, जिस दिन साडी भाषा साडे विचों निकल गई उस दिन साडे संस्कार भी गए। ते जे तुसी कहो कि दादी दादे नूं फिर चाह दा कप पिया देणगे ते ओह जे पंजाबी नहीं आउणी ते संस्कार भी नहीं आउणे ते फिर चाह दा कप किसे नहीं पुछना। इस वास्ते जिन्ने भी बाबे ते बेबे मेरे प्रोग्राम सुन रहे हो, ये सोचो ये तुहाडे बच्चियां दे भविख दी छड्डो, तुहाडे भविख दी गल है कि जे तुसी अपने पोतरे पोतरियां नूं दोतरे दोतरियां नूं पंजाबी विच पंजाबी या मातृ भाषा दे नाल नहीं जोड़ सके ते फिर मदर नाल भी जुड़ना बड़ा औखा हो जाएगा। ते भकना जी मैं तुहानूं पुछना कि अपने तुसी काफ़ी चिर तो कर रहे हो कंपेन ते ਇਹ ਤੁਹਾਡਾ ਕੀ ਵਿਚਾਰ ਪਿਆ ਅਸਲ ਵਿੱਚ ਦੋਸ਼ੀ ਕੌਣ ਹੈ? ਕੀ ਬੱਚੇ ਨੇ ਕਿ ਮਾਂ ਪਿਓ ਨੇ, ਦਾਦੀ ਦਾਦਾ ਨੇ, ਕਿਹਨੂੰ ਅਸੀਂ ਕਹੀਏ? ਆਸ਼ਿਕ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਅੰਬਰ ਰੇਡੀ ਦੀ ਪੂਰੀ ਟੀਮ ਦੀ ਬਹੁਤ ਬਹੁਤ ਮਿਹਰਬਾਨੀ। ਗੱਲ ਇਦਾਂ ਵਾ ਕਿ ਦੋਸ਼ੀ ਜੇ ਆਪਾਂ ਜ਼ਿਆਦਾ ਤਾਂ ਮਾਪਿਆਂ ਨੂੰ ਹੀ ਸਮਝਿਆ ਜਾਊਗਾ, ਕਿਉਂਕਿ ਉਹਨਾਂ ਨੇ ਜਿਹੜਾ ਵਾ ਬੱਚਿਆਂ ਨੂੰ ਮੋਟੀਵੇਟ ਨਹੀਂ ਕੀਤਾ। ਹਾਂਜੀ। ਔਰ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਜਿਹੜੀ ਸੀ ਉਹ ਛੱਡ ਦਿੱਤੀ, ਅੰਗਰੇਜ਼ ਬਣ ਗਏ। ਤੇ ਉਹ ਪੰਜਾਬੀ ਦੇ ਨਾਲੋਂ ਜਦੋਂ ਬੱਚੇ ਟੁੱਟ ਗਏ ਤੇ ਫਿਰ ਪੰਜਾਬੀ ਕਲਚਰ ਨੂੰ ਟੁੱਟ ਗਏ ਤੇ ਫਿਰ ਇੱਕ ਉਹਨਾਂ ਨੂੰ ਪੰਜਾਬ ਲੈ ਕੇ ਵੀ ਨਹੀਂ ਜਾਂਦੇ ਕਿਉਂਕਿ ਇੱਥੇ ਬਿਜ਼ੀ ਰਹਿੰਦੇ ਆ ਕੰਮਾਂਕਾਰਾਂ ਦੇ ਵਿੱਚ। ਇਸ ਕਰਕੇ ਆਪਾਂ ਦੋਸ਼ੀ ਜ਼ਿਆਦਾ ਤਾਂ ਮਾਪਿਆਂ ਨੂੰ ਹੀ ਮੰਨਣਾ ਪਊਗਾ। ਪਰ ਇਹਦੇ ਨਾਲ ਨਾਲ ਜਿਹੜਾ ਆਪਾਂ ਗਵਰਨਮੈਂਟ ਨੂੰ ਦੋਸ਼ੀ ਇਸ ਕਰਕੇ ਮੰਨਦੇ ਆ ਕਿ ਗਵਰਨਮੈਂਟ ਨੇ ਜਿਹੜੀ ਮਾਰਚ ਮਹੀਨੇ ਪਿਛਲੇ ਸਾਲ A ਲੈਵਲ ਬੰਦ ਕਰਨ ਦੀ ਜਿਹੜੀ ਫਰਮਾਨ ਜਾਰੀ ਕੀਤਾ ਸੀਗਾ, ਉਹਦੇ ਬਾਰੇ ਪੰਜਾਬੀ ਕਮਿਊਨਿਟੀ ਨਾਲ ਪਹਿਲਾਂ ਕੋਈ ਡਿਸਕਸ਼ਨ ਨਹੀਂ ਕੀਤੀ। ਜੀ ਜੀ ਠੀਕ ਹੈ, ਉਹਨਾਂ ਦਾ ਬੰਦ ਕਰਨਾ ਜਾਇਜ਼ ਇਸ ਕਰਕੇ ਆ ਕਿਉਂਕਿ ਉਹ ਕਹਿੰਦੇ ਆ ਵੀ ਗਿਣਤੀ ਬੜੀ ਘੱਟ ਹੈ ਪੜ੍ਹਨ ਵਾਲਿਆਂ ਦੀ। ਇਹ ਤੇ ਗੱਲ ਸੱਚਾਈ ਆ, ਪਰ ਉਹਨਾਂ ਨੂੰ ਇਹ ਪ੍ਰੋਬਲਮ ਜਿਹੜੀ ਆ ਮੀਡੀਆ ਰਾਹੀਂ ਸਾਰੇ ਪੰਜਾਬੀ ਕਮਿਊਨਿਟੀ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀਗਾ, ਐਮਪੀਆਂ ਰਾਹੀਂ ਜਾਂ ਜਿੰਨੇ ਵੀ ਕੌਂਸਲਰ ਆ ਉਹਨਾਂ ਰਾਹੀਂ ਕਿ ਅਸੀਂ ਪੰਜਾਬੀ ਜਿਹੜੀ ਆ ਪ੍ਰੋਬਲਮ ਆ ਰਹੀ ਹੈ, ਜੇ ਤੁਸੀਂ ਠੀਕ ਨਾ ਕੀਤੀ ਅਸੀਂ ਬੰਦ ਕਰ ਦਾਂਗੇ। ਜੀ। ਅੱਛਾ, ਹੁਣ ਪਿਛਲੇ ਸਾਲ ਮਾਰਚ ਦੇ ਮਹੀਨੇ 'ਚ ਜਦੋਂ ਪਾਬੰਦੀ ਲੱਗੀ ਆ, ਫਿਰ ਮਈ 'ਚ ਇਲੈਕਸ਼ਨਾਂ ਆ ਗਈਆਂ ਤੇ ਉਹ ਇਲੈਕਸ਼ਨਾਂ ਕਰਕੇ ਜਿਹੜਾ ਸੀਗਾ ਆਪਣਾ ਕੰਮ ਥੋੜਾ ਜਿਹਾ ਸੂਤਰ ਆ ਗਿਆ। ਸਾਰੇ ਐਮਪੀਆਂ ਨੂੰ ਜਿਹੜਾ ਕਹਿਣਾ ਪਿਆ ਕਿ ਅਸੀਂ ਜਿਹੜਾ ਵਾ ਇਹਦੇ ਬਾਰੇ ਦੁਬਾਰਾ ਸੋਚਾਂਗੇ। ਜਿਨ੍ਹਾਂ ਨੇ ਪਾਬੰਦੀ ਲਾਈ ਉਹਨਾਂ ਨੇ ਵੀ ਕਹਿ ਦਿੱਤਾ। ਠੀਕ ਹੈ। ਤੇ ਉਹਦੀ ਵਜ੍ਹਾ ਦੇ ਨਾਲ ਪੰਜਾਬੀਆਂ ਦਾ ਜਿਹੜਾ ਸੀਗਾ ਇੱਕਦਮ ਜਾਗ ਕੇ ਬੜਾ ਤਕੜਾ ਹੰਗਾਰਾ ਮਿਲਿਆ। ਉਹਦੀ ਵਜ੍ਹਾ ਨਾਲ ਉਹਨਾਂ ਨੇ ਦੁਬਾਰਾ ਇਹ ਤੇ ਫੈਸਲਾ ਲਿਆ ਕਿ 2017 ਦੀ ਜਗ੍ਹਾ ਤੇ ਹੁਣ ਉਹਨਾਂ ਨੇ A ਲੈਵਲ ਬੰਦ ਕਰਨਾ ਵਾ 2018 ਨੂੰ। ਅੱਛਾ। ਤੇ ਜਦੋਂ A ਲੈਵਲ ਜੇ ਉਹਨਾਂ 2018 ਨੂੰ ਬੰਦ ਕਰ ਦਿੱਤਾ ਤੇ ਫਿਰ GCSE ਵੀ ਬੰਦ ਹੋ ਜੂ 2-4 ਸਾਲਾਂ ਤੱਕ, ਫਿਰ ਬਿਲਕੁਲ ਹੀ ਪੰਜਾਬੀ ਖਤਮ ਹੋ ਜੂਗੀ। ਲੇਕਿਨ ਅਸੀਂ ਜਿਹੜੀ ਕੰਪੇਨ ਚਲਾਈ ਸੀ ਉਹਦੇ ਵਿੱਚ ਅਸੀਂ ਤਕਰੀਬਨ 30,000 ਦੇ ਕਰੀਬ ਅਸੀਂ ਸਾਈਨ ਕਰਵਾ ਚੁੱਕੇ ਹਾਂ। ਜਿਹੜੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਤੱਕ ਉਹਨਾਂ ਚੋਂ 21,000 ਪਹੁੰਚਾ ਵੀ ਚੁੱਕੇ ਹਾਂ, ਬਾਕੀ ਅਸੀਂ ਹੋਰ ਇਕੱਠੇ ਕਰ ਰਹੇ ਹਾਂ, ਉਹ ਵੀ ਪਹੁੰਚਾ ਦੇਣੇ ਆ। ਹਾਂਜੀ ਹਾਂਜੀ। ਉਹਦੇ ਨਾਲ ਜਿਹੜੇ ਅਸੀਂ ਜਿਹੜੀ ਅਵੇਅਰਨੈਸ ਕੰਪੇਨ ਇੰਟਰਨੈਸ਼ਨਲ ਜਿਹਨੂੰ ਮੈਂ ਲੀਡ ਕਰ ਰਿਹਾ ਹਾਂ ਜੀ, ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ 2 ਜਿਹੜੇ ਆ ਉਹ ਸ਼ਰਤਾਂ ਲਾਈਆਂ ਸੀਗੀਆਂ ਵੀ ਇੱਕ ਤੇ ਸਾਡੇ ਕੋਲ ਵੈਲ ਐਗਜ਼ਾਮੀਨਰ ਨਹੀਂ ਹੈਗੇ, ਵੈਲ ਟ੍ਰੇਨਡ ਐਗਜ਼ਾਮੀਨਰ ਤੇ ਵੈਲ ਟ੍ਰੇਨਡ ਟੀਚਰ ਨਹੀਂ ਹੈਗੇ, ਤਾਂ ਅਸੀਂ ਬੰਦ ਕਰ ਰਹੇ ਹਾਂ। ਦੂਸਰਾ, ਸਾਡੇ ਕੋਲ ਬੱਚਿਆਂ ਦੀ ਗਿਣਤੀ ਬੜੀ ਘੱਟ ਹੈ, ਤਾਂ ਅਸੀਂ ਬੰਦ ਕਰ ਰਹੇ ਹਾਂ। ਹੁਣ ਟੀਚਰ ਟ੍ਰੇਨਡ ਕਰਨਾ ਜਿਹੜਾ ਉਹ ਪੰਜਾਬੀ ਕਮਿਊਨਿਟੀ ਦਾ ਕੰਮ ਨਹੀਂ ਹੈ, ਨਾ ਪੰਜਾਬੀ ਕਮਿਊਨਿਟੀ ਕੋਲ ਫੰਡ ਹੈ। ਉਹ ਉਹਨਾਂ ਨੇ ਮੰਨ ਲਿਆ ਵਾ ਤੇ ਉਹ ਪੰਜਾਬੀ ਕਮਿਊਨਿਟੀ ਦੇ ਜਿਹੜੇ ਆਪਣੇ ਭਾਸ਼ਾ ਵਿਗਿਆਨੀ ਆ, ਜਿਹੜੇ ਆਪਣੇ ਕੋਲ ਪੰਜਾਬੀ ਦੇ ਮਾਹਰ ਆ ਇੱਥੇ ਬੁੱਧੀਜੀਵੀ, ਉਹਨਾਂ ਨਾਲ ਮਿਲ ਕੇ ਔਰ AQA ਆਫਕੁਆਲ ਔਰ ਐਜੂਕੇਸ਼ਨ ਡਿਪਾਰਟਮੈਂਟ ਇਹ ਸਾਰੇ ਮਿਲ ਕੇ ਇੱਕ ਮੁਹਿੰਮ ਚਲਾ ਰਹੇ ਆ ਬਿਲਕੁਲ ਵਧੀਆ ਤਰੀਕੇ ਦੇ ਨਾਲ, ਤੇ ਟੀਚਰਾਂ ਨੂੰ ਟ੍ਰੇਨ ਕਰ ਰਹੇ। ਇਹਦੇ ਨਾਲ ਆਪਣੀਆਂ ਜੌਬ ਓਪਰਚੁਨਿਟੀ ਵੀ ਪੰਜਾਬੀਆਂ ਵਾਸਤੇ ਖੁੱਲ ਗਈਆਂ ਵਾ। ਤੇ ਦੂਸਰੇ ਜਿਹੜਾ ਆਪਾਂ ਗਿਣਤੀ ਵਧਾਉਣ ਦਾ ਕੰਮ ਆ, ਇਹ ਬੜਾ ਔਖਾ ਵਾ। ਤੇ ਇਹਦੇ ਵਾਸਤੇ ਮੇਰੇ ਦੋਸਤ ਜਿਹੜੇ ਸਪੈਸ਼ਲ ਦਿੱਲੀ ਤੋਂ ਆਏ ਆ, MLA ਸਰਦਾਰ ਜਰਨੈਲ ਸਿੰਘ ਹੋਣੀ, ਇਹ ਉੱਥੇ ਪੰਜਾਬੀ ਅਕੈਡਮੀ ਦਿੱਲੀ ਦੇ ਜਿਹੜੇ ਵਾਈਸ ਚੇਅਰਮੈਨ ਵੀ ਆ, ਤੇ ਇਹ ਉੱਥੇ ਬੜੇ ਪ੍ਰੋਗਰਾਮ ਲੀਕ ਰਹੇ ਆ। ਔਰ ਇਹ ਕੰਪੇਨ ਆਪਣੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਅਵੇਅਰਨੈਸ ਕੰਪੇਨ ਚੱਲ ਰਹੀ, ਉਹਦਾ ਹੀ ਇੱਕ ਤਕਰੀਬਨ ਹਿੱਸਾ ਆਪਾਂ ਮੰਨ ਸਕਦੇ ਹਾਂ ਇਹਨੂੰ। ਇਹ ਤੇ ਬਹੁਤ ਮੈਂ ਇਹੀ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਤੁਹਾਨੂੰ ਕਾਮਯਾਬੀਆਂ ਦੇਣ। ਔਰ ਜਿਹੜਾ ਬੜਾ ਇੱਕ ਸ਼ੁਭ ਕੰਮ ਤੁਸੀਂ ਕਰ ਰਹੇ ਹੋ, ਮੇਰਾ ਸ਼ੁਰੂ ਤੋਂ ਹੀ ਬਿਲੀਫ ਹੈ। ਔਰ ਮੈਂ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਪੰਜਾਬ ਤੇ ਲੈ ਜਾਂਦੇ ਨਹੀਂ ਬੱਚਿਆਂ ਨੂੰ, ਜੀ ਜੀ,
ਤੇ ਮੈਂ ਇੱਕੋ ਹੀ ਇਨਵੈਸਟਮੈਂਟ ਕੀਤੀ ਜੀ। ਸ਼ਾਦੀ ਵੀ ਇੱਥੇ ਹੋਈ ਸੀ, ਬੱਚੇ ਵੀ ਇੱਥੇ ਹੋਏ, ਪੋਤੇ ਪੋਤਰੇ। ਹਰ ਸਾਲ ਮੈਂ ਉਹਨਾਂ ਨੂੰ ਇੰਡੀਆ ਜ਼ਰੂਰ ਪੰਜਾਬ ਲੈ ਕੇ ਜਾਂਦਾ ਸੀ, ਜਿਹਦੇ ਨਾਲ ਫਿਰ ਉਹ ਨੈਚੁਰਲੀ ਫਰਕ ਬਹੁਤ ਪੈਂਦਾ ਹੈ। ਹਾਂਜੀ, ਪਹਿਲਾਂ ਹੀ ਤਾਂ ਮੀਡੀਆ ਵਿੱਚ ਜੋ ਕੁਝ ਪਹਿਲਾਂ, ਹੁਣ ਤੇ ਥੋੜਾ ਘਟ ਗਿਆ ਹੈ। ਪਹਿਲਾਂ ਜੋ ਇੰਡੀਆ ਦਿਖਾਉਂਦੇ ਹੁੰਦੇ ਸਨ BBC ਤੇ ਹੋਰ ਸਾਰੇ, ਤੋਂ ਬੱਚਿਆਂ ਤੇ ਨੈਗੇਟਿਵ ਅਸਰ ਪੈਂਦਾ ਸੀ। ਤੋਂ ਅਰਦਾਸ ਹੀ ਹੈ ਮਾਰੇ, ਅਸੀਂ ਜੋ ਵੀ ਇੱਥੋਂ ਮੀਡੀਆ ਚੋਂ, ਤੁਹਾਨੂੰ ਪਤਾ ਹੈ ਰਾਜਰੀ ਤੇ ਮੇਰਾ ਸ਼ੋਅ ਹੁੰਦਾ, ਇੱਥੇ ਵੀ ਹੈ, ਹੋਰ ਵੀ TV ਤੇ ਵੀ ਹੈ, ਅਸੀਂ ਜਿੰਨੀ ਵੀ ਚੇਤਨਤਾ ਲਿਆ ਸਕਦੇ ਹਾਂ ਸਮਾਜ ਵਿੱਚ, ਤੁਸੀਂ ਆਓ, ਅਸੀਂ ਤੁਹਾਡੇ ਪੂਰਾ ਸਾਥ ਦਿਆਂਗੇ। ਤੇ ਜਰਨੈਲ ਜੀ ਬਈ ਤੁਸੀਂ ਦੱਸੋ ਵੀ ਪੰਜਾਬੀ ਅਕੈਡਮੀ ਜਿਹੜੀ ਹੈ, ਤੁਸੀਂ ਮਤਲਬ ਐਜ਼ ਏ MLA ਮੈਂ ਤੁਹਾਡੇ ਪ੍ਰੋਗਰਾਮ ਵੇਖੇ ਨੇ, ਮੇਰਾ ਖਿਆਲ ਕੋਈ 100 ਕਿਤੇ ਤੁਸੀਂ ਪ੍ਰੋਗਰਾਮ ਹੀ ਚਲਾਏ ਨੇ ਆਪਣੀ ਕੰਸਟੀਚੁਐਂਸੀ 'ਚ, ਤੇ ਇਹਦੇ ਲਈ ਕਿਵੇਂ ਟਾਈਮ ਕੱਢ ਲੈਂਦੇ ਹੋ ਤੁਸੀਂ ਪੰਜਾਬੀ ਅਕੈਡਮੀ ਵਾਸਤੇ ਵੀ? ਮੈਂ ਕਹਿਣਾ ਚਾਹਾਂਗਾ ਜੀ, ਜਦੋਂ ਤੁਹਾਡੀ ਨੀਅਤ ਹੋਵੇ ਕੰਮ ਕਰਨ ਦੀ ਤੇ ਕੰਮ ਆਪੇ ਸਿਰੇ ਚੜ੍ਹਦੇ ਨੇ। ਹਾਂਜੀ ਹਾਂਜੀ। ਤੇ ਕੋਈ ਬਹੁਤਾ ਜ਼ਿਆਦਾ ਤਜਰਬਾ ਵੀ ਨਹੀਂ ਰੱਖਦੇ, ਪਰ ਇੱਕ ਏਦਾਂ ਦੀ ਲਹਿਰ ਨਾਲ ਜ਼ਰੂਰ ਸੰਬੰਧ ਰੱਖਦੇ ਆ ਜਿਨ੍ਹਾਂ ਨੇ ਨਾਮੁਮਕਿਨ ਚੀਜ਼ਾਂ ਨੂੰ ਮੁਮਕਿਨ ਕਰਕੇ ਕੀ ਬਾਤ ਹੈ, ਵਾਕਈ। ਤੇ ਜਿੱਥੇ ਤੱਕ ਗੱਲ ਭਕਨਾ ਸਾਹਿਬ ਕਰਦੇ ਸੀ, ਜਿਹੜੇ ਕੰਮ ਹੋ ਰਹੇ ਉਹ ਤੇ ਵੱਖਰੀ ਚੀਜ਼ ਨਾਲ ਬਾਅਦ ਚ ਆਵਾਂਗਾ, ਪਰ ਇਸ ਤੋਂ ਵੱਡਾ ਜਿਹੜਾ ਮੈਨੂੰ ਵਿਸ਼ਾ ਲੱਗਦਾ ਉਹ ਪੰਜਾਬੀ ਬੋਲੀ ਜੋ ਘਟ ਰਹੀ ਹੈ ਤੇ ਜੋ ਮਾਨ ਸਤਿਕਾਰ ਇਹਦਾ ਬਣਦਾ ਅੱਜ, ਜੋ ਇਹਨੂੰ ਨਹੀਂ ਮਿਲ ਪਾ ਰਿਹਾ, ਉਹ ਵਿਸ਼ਾ ਹੈਗਾ। ਤੇ ਮੈਂ ਜ਼ਰੂਰ ਇਹਨਾਂ ਨੂੰ, ਜਿਹੜੇ ਇਹਨਾਂ ਦੇ ਐਫਰਟਸ ਨੇ, ਉਹਨਾਂ ਨੂੰ ਪਹਿਲਾਂ ਮੈਂ ਐਪਰੀਸ਼ੀਏਟ ਕਰਦਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਭਕਨਾ ਸਾਹਿਬ ਨੇ ਆਖੀ ਕਿ ਮਾਂ ਪਿਓ ਜ਼ਿੰਮੇਵਾਰ ਨੇ ਇਸ ਚੀਜ਼ ਵਾਸਤੇ, ਤੇ ਸਭ ਨੂੰ ਤੁਹਾਡੇ ਵਾਲੀ ਗੱਲ ਹੈ ਜੀ, ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਆ ਤੇ ਇਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਕਿ ਜਦੋਂ ਤੱਕ ਕੋਈ ਪਤੰਗ ਵੀ ਹੈ, ਜਦੋਂ ਤੱਕ ਡੋਰ ਥੱਲੇ ਬੰਨੀ ਹੋਈ ਹੈ ਤਦ ਤੱਕ ਉਹ ਉੱਡਦੀ ਹੈ, ਤਦ ਤੱਕ ਤਰੱਕੀ ਕਰਦੀ ਹੈ, ਉੱਪਰ ਜਾਂਦੀ ਹੈ। ਜਿਸ ਦਿਨ ਡੋਰ ਕੱਟ ਗਈ ਤੇ ਫਿਰ ਉੱਪਰ ਨਹੀਂ ਜਾਂਦੀ। ਤੇ ਆਪਣੀ ਮਾਂ ਬੋਲੀ ਨਾਲ ਜੁੜੇ ਰਹੋ। ਪੰਜਾਬੀ ਤਾਂ ਨਹੀਂ ਘਟ ਰਹੇ, ਪੰਜਾਬੀ ਤੇ ਵੱਧ ਰਹੇ ਨੇ, ਨੈਚੁਰਲ ਜੀ ਗੱਲ ਹੈ ਜੀ ਜੀ, ਪਰ ਬੋਲੀ ਘਟ ਰਹੀ ਹੈ, ਮਾਂ ਬੋਲੀ ਘਟ ਰਹੀ ਹੈ। ਤੇ ਸਾਰਿਆਂ ਨੂੰ ਅਰਦਾਸ ਹੈ ਜੀ, ਸਾਰਿਆਂ ਨੂੰ ਰਿਕੁਐਸਟ ਹੈ ਕਿ ਮਾਂ ਬੋਲੀ ਨੂੰ ਵੱਧ ਤੋਂ ਵੱਧ ਵਰਤੋਂ। ਘਰਾਂ ਦੇ ਵਿੱਚ ਹੈ ਦਿੱਕਤ, ਖਾਲੀ UK 'ਚ ਹੀ ਨਹੀਂ ਹੈਗੀ, ਇਹ ਦਿੱਕਤ ਸਾਨੂੰ ਦਿੱਲੀ 'ਚ ਵੀ ਆ ਰਹੀ ਹੈ। ਜਿੱਦਾਂ ਸਾਡੇ ਵਾਲੀ ਜਨਰੇਸ਼ਨ ਸੀ ਆਪਣੇ ਮਾਪਿਆਂ ਨਾਲ ਪੰਜਾਬੀ 'ਚ ਗੱਲ ਕਰਦੀ ਸੀ, ਅਗਲੀ ਜਨਰੇਸ਼ਨ ਹਿੰਦੀ 'ਚ ਗੱਲ ਕਰਦੀ ਹੈ, ਤੇ ਕੋਸ਼ਿਸ਼ ਕਰੀਦੀ ਹੈ ਵੱਧ ਤੋਂ ਵੱਧ ਉਹਨਾਂ ਨੂੰ ਆਪਣੀ ਮਾਂ ਬੋਲੀ 'ਚ ਗੱਲ ਕਰੀਏ। ਤੇ ਇਹ ਜ਼ਰੂਰ, ਭਾਵੇਂ ਕੋਈ ਖਾਸ ਮਿਹਨਤ ਵੀ ਨਹੀਂ ਕਰਨੀ ਇਹਦੇ ਵਾਸਤੇ, ਸਾਨੂੰ ਆਉਂਦੀ ਹੈ, ਤੇ ਇਹਨੂੰ ਸੀਰੀਅਸਲੀ ਲਿਆ ਜਾਵੇ, ਨਹੀਂ ਤੇ ਹੋਰ ਘਟਦੀ ਜਾਏਗੀ ਪੰਜਾਬੀ ਬੋਲੀ। ਤੇ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਬੜੀ ਸਾਰੀ ਆਪਾਂ ਸਕੀਮਸ ਮੁਹਿੰਮ ਸੇ ਚਲਾਵਾਂਗੇ, ਜਿਹੜੀਆਂ ਦਾ ਹੋਰ ਪ੍ਰਚਾਰ ਪ੍ਰਸਾਰ, ਕਲਚਰ, ਸਾਹਿਤ ਜੋ ਵੀ ਹੈ, ਇਹਨੂੰ ਵੱਧ ਤੋਂ ਵੱਧ ਪੂਰੀ ਦੁਨੀਆ 'ਚ ਫੈਲਾਈਏ। ਨਹੀਂ, ਹੁਣ ਜਰਨੈਲ ਜੀ ਗਵਰਨਮੈਂਟ ਹੀ ਤੁਹਾਡੀ ਹੈ ਜੀ, ਤੇ ਦਿੱਲੀ ਦੇ ਵਿੱਚ ਇਹ ਦੂਸਰੀ ਭਾਸ਼ਾ ਬੜੇ ਚਿਰ ਦੀ ਕਾਗਜ਼ਾਂ 'ਚ ਹੈ ਜੀ। ਹਾਂਜੀ, ਹੁਣ ਤੁਸੀਂ ਇਹ ਦੱਸੋ ਵੀ ਅੱਗੇ ਤੇ ਸੀ ਵੀ ਭਾਈ ਕਾਂਗਰਸ ਨਹੀਂ ਕਰਦੀ ਜਾਂ BJP ਨਹੀਂ ਕਰਦੀ, ਹੁਣ ਤੇ ਤੁਸੀਂ ਹੀ ਮਾਲਕ ਹੋ। ਤੁਸੀਂ ਜਦੋਂ ਦੇ ਆਏ ਹੋ, ਸਾਲ ਹੋ ਗਿਆ, ਪੰਜਾਬੀ ਲਈ ਤੁਸੀਂ ਕੋਈ ਦੱਸੋ ਵੀ ਕੀ ਕੀਤਾ? ਮੈਂ ਕਲੈਰੀਫਾਈ ਕਰ ਦੇਣਾ ਜੀ, ਜਿਹੜੀ ਹੁਣ ਤੱਕ ਜਿਹੜੀ ਸਾਡੀ ਨਵੀਂ ਗਵਰਨਿੰਗ ਬੋਡੀ ਬਣੀ, ਇਹਨੂੰ ਮਹੀਨਾ ਕੁ ਹੋਇਆ, ਅਜੇ ਕੁਛ ਦਿਨ ਹੀ ਹੋਏ ਨੇ ਬਣੇ, ਤੇ ਮਹੀਨੇ ਦੇ ਅੰਦਰ ਤੁਸੀਂ ਵੇਖੋ ਜੀ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਦੁਨੀਆ 'ਚ ਜਿਹੜੇ ਲੋਕੀ ਚਿੰਤਾ ਕਰਦੇ ਆ, ਜਿਹੜੇ ਲੋਕੀ ਚਾਹੁੰਦੇ ਵੀ ਪੰਜਾਬੀ ਨੂੰ ਇਹਦਾ ਬਣਦਾ ਮਾਨ ਸਤਿਕਾਰ ਮਿਲਣਾ ਚਾਹੀਦਾ ਹੈ, ਉਹਨਾਂ ਸਾਰੇ ਲੋਕਾਂ ਨਾਲ ਕਮਿਊਨੀਕੇਸ਼ਨ ਬਣਾ ਰਹੇ ਆ। ਤੇ ਬੜੀ ਸਾਰੀ ਐਗਜ਼ੀਕਿਊਟਿਵ ਕਮੇਟੀਆਂ ਦੀ ਮੀਟਿੰਗਸ ਹੋਈਆਂ ਨੇ, ਉਹਨਾਂ 'ਚ ਬੜੇ ਸਾਰੇ ਨਵੇਂ ਮਤੇ ਪਾਸ ਕੀਤੇ ਗਏ ਆ ਕਿ ਹੋਰ ਕਿਸ ਤਰੀਕੇ ਇੱਕ ਪੰਜਾਬੀ ਅਕੈਡਮੀ ਦਿੱਲੀ ਜਿਹੜੀ ਹੈ ਹੈਗੀ, ਤੇ ਹੋਰ ਸਟੇਟਸ ਵਿੱਚ ਵੀ ਹੈ, ਪੰਜਾਬ 'ਚ ਵੀ ਹੈ, ਹੋਰ ਦੂਜੀਆਂ 'ਚ ਵੀ ਹੈ, ਪਰ ਪੰਜਾਬੀ ਅਕੈਡਮੀ ਦਿੱਲੀ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਜੋੜਨ ਦਾ ਕੰਮ ਕਰੇ, ਇੱਕ ਬ੍ਰਿਜ ਦਾ ਕੰਮ ਕਰੇ। ਇਹਦੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ, ਪਹਿਲੇ ਚਰਨ ਤੇ ਅਸੀਂ ਬੈਠੇ ਆ ਤੁਹਾਡੇ ਨਾਲ ਤੇ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਇੰਟਰਨੈਸ਼ਨਲ ਲੈਵਲ ਤੇ ਵੀ ਆਪਾਂ ਇਵੈਂਟਸ ਕਰਾਈਏ, ਆਰਟਿਸਟ ਐਕਸਚੇਂਜ ਪ੍ਰੋਗਰਾਮ ਕਰੀਏ, ਰਾਈਟਰਸ ਪੋਇਟਸ ਐਕਸਚੇਂਜ ਪ੍ਰੋਗਰਾਮ ਕਰੀਏ। ਤੇ ਹਰ ਕਿਸਮ ਦੀ ਦਿੱਲੀ ਵਿੱਚ ਵੀ ਜਿਹੜੀ ਕਮੀ ਹੈ ਕਿ ਪ੍ਰਾਈਵੇਟ ਸਕੂਲਸ ਵਿੱਚ ਪੰਜਾਬੀ ਕੋਈ ਲੈਣਾ ਚਾਹਵੇ ਤੇ ਉਹਨੂੰ ਕਈ ਵਾਰੀ ਵੇਖਿਆ ਗਿਆ ਡਿਸਕਰੇਜ ਕੀਤਾ ਜਾਂਦਾ, ਤੇ ਉਹਨਾਂ ਨੂੰ ਵੀ ਬਾਈ ਰੂਲ ਕੁਝ ਉਹਨਾਂ ਉੱਤੇ ਕੋਈ ਏਦਾਂ ਦੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਏਦਾਂ ਨਾ ਜੀ, ਵਾਘਾ ਬਾਰਡਰ ਤੋਂ ਦੂਜੇ ਪਾਸੇ ਤੇ ਪੰਜਾਬੀ ਹੈ। ਜੀ ਜੀ, ਬਿਲਕੁਲ। ਤੁਹਾਡੇ ਇੱਥੇ ਵੀ ਬੜੇ ਸਾਰੇ ਮੈਂ ਮਿਲਿਆ ਪਿਛਲੇ 2 ਦਿਨਾਂ 'ਚ ਕਈ ਸਾਰੇ ਬੰਦਿਆਂ ਨੂੰ, ਤੇ ਮੈਂ ਵੇਖਦਾ ਉਹ ਤੇ ਕਈ ਵਾਰੀ ਮੈਨੂੰ ਲੱਗਦਾ ਕਿ ਉਹ ਸਾਡੇ ਨਾਲੋਂ ਜ਼ਿਆਦਾ ਪੰਜਾਬੀ 'ਚ ਗੱਲ ਕਰਦੇ ਨੇ। ਤੇ ਸਾਰੇ ਜਿੰਨੇ ਵੀ ਪੰਜਾਬੀ ਨੇ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਆਪਣੀ ਮਾਂ ਬੋਲੀ ਦਾ ਵੱਧ ਤੋਂ ਵੱਧ ਛੱਡੋ ਨਾ ਉਹਨੂੰ। ਕਿਉਂਕਿ ਮੈਂ ਮਿਸਾਲ ਦੇਵਾਂਗਾ ਜੀ, ਇੱਕ ਕੋਇਲ ਹੁੰਦੀ ਹੈ ਜੋ ਆਪਣੀ ਮਿੱਠੀ ਬੋਲੀ ਬੋਲਦੀ ਹੈ, ਤੇ ਇੱਕ ਤੋਤਾ ਹੁੰਦਾ ਜੋ ਕਾਪੀ ਕਰਦਾ ਦੂਜਿਆਂ ਨੂੰ ਵੇਖ ਕੇ, ਤੇ ਉਹ ਤੋਤਾ ਕੈਦ ਹੀ ਰਹਿੰਦਾ ਪਿੰਜਰੇ ਸਾਰੀ ਜ਼ਿੰਦਗੀ, ਤੇ ਕੋਇਲ ਆਪਣਾ ਖੁੱਲੀ ਹਵਾ 'ਚ ਘੁੰਮਦੀ ਹੈ, ਆਜ਼ਾਦ ਘੁੰਮਦੀ ਹੈ। ਤੇ ਜੇ
आजाद फितरत दे बंदे हो ते अपनी माँ बोली नाल प्यार बनाई रखो। बहुत अच्छा। आदर्श जी, आपसे मैं पूछना चाहूंगा, आप दिल्ली की गवर्नमेंट हो जी, और फिर कारपोरेशन जो है वो किसी और की है जी, और ऊपर भी कोई और बैठा है जी, तो वेरी डिफिकल्ट, ये तो बहुत सख्त परिश्रम करना पड़ता है। और मेरे ख्याल जैसे ऋषि मुनि तप करते थे ना, आपका तो तप ही हो रहा होगा। ये बताइए कि कैसे, यानी आपकी जो प्रोग्राम है जी। उसको इम्प्लीमेंटेशन कैसे हो रही है? देखिए, इसमें दिल्ली सरकार, ये मैं बिल्कुल बात आपकी सहमत हूँ, मानता हूँ कि एमसीडी बीजेपी चलाती है, ऊपर केंद्र सरकार गवर्नमेंट ऑफ इंडिया भी बीजेपी चलाती है। दिल्ली में जिस तरह का करिश्मा चमत्कार हुआ था, लोगों ने दिल्ली में आम आदमी पार्टी को वोट दिया, अरविंद केजरीवाल को वोट दिया कि दिल्ली में बदलाव आएगा। तो कई ऐसे काम हैं जो हम लोग ने चुनाव से पहले वादे किए लोगों के बीच में, 70 पॉइंट का मैनिफेस्टो निकाला जी। और मैं, बड़ी खुशी है आपको और आपके माध्यम से श्रोताओं को बताने में जी। कि एक साल में हम लोग ने 70 में से 23 वादे ऑलरेडी पूरे कर लिए हैं। और इसमें कई वादे जो हमने पूरे कर लिए, उसमें महत्वपूर्ण, चाहे वो पानी बिजली मुफ्त करने का हो, या बच्चों को जिनको आगे अच्छा पढ़ना चाहते हैं, आगे बढ़ना चाहते हैं, मगर क्योंकि पैसा नहीं है परिवार में, उनको एजुकेशन गारंटी दिल्ली सरकार देती है। लगभग 200 नए स्कूल बना रहे हैं, लगभग 50 नए अस्पताल बना रहे हैं, हर एरिया में डिस्पेंसरी बना रहे हैं। तो इस तरह के बहुत काम हम लोग कर रहे हैं। हाँ, ये जरूर है कि भारतीय जनता पार्टी, ऐसा लगता है कि चाहती नहीं हम लोग काम करें, क्योंकि ऐसा राजनीति में ईमानदार विकल्प पहली बार आया है कि ये बीजेपी और कांग्रेसी अब एक हो गए और बीच में दो चोरों के बीच में ईमानदार आ गया है, तो उनसे वो चीज जो है दिखाई नहीं देती, बर्दाश्त नहीं होती। पूरी कोशिश करते हैं कि काम रुके, मगर ये संघर्ष है, लंबा समय है, इसमें लगेगा, जंग है सिस्टम में, जंग उतरने में हो सकता है 5 साल 10 साल लगे, मगर हम लोग इसको पूरे प्रयत्न से काम कर रहे हैं। और ये मैं जरूर बोलना चाहूंगा कि राजनीति जब तक चुनाव था तब तक ठीक थी। आज चुनाव खत्म होने के बाद काम करने में भारत सरकार को भी सहायता करनी चाहिए। वो एक बड़े भाई की तरह होता है, गवर्नमेंट ऑफ इंडिया है, हर स्टेट को मदद करनी चाहिए। वो हम लोग को सपोर्ट नहीं मिल रहा है, मगर हम लोग ये संघर्ष जारी रखेंगे। और दिल्ली वालों ने जो भरोसा आम आदमी पार्टी और केजरीवाल पे दिखाया था, उसको पूरी तरह से कायम रखेंगे और हम लोग अपने सारे वादे पूरे कर रहे हैं। अच्छा, एक जंग तो चलो मोदी जी, दूसरी जंग से जंग भी तो चल रही है ना। देखिए, जो जंग से जंग चल रही है वो असल में जंग तो मोदी जी से ही है, क्योंकि दिल्ली का जो स्टेट का जो सिस्टम है उसमें एलजी कंट्रोल करते हैं गवर्नमेंट ऑफ इंडिया के माध्यम से। हाँ जी, हाँ जी। तो वो एक तरह से आप ये मान के चलिए कि रिमोट कंट्रोल बटन जंग है और बटन रिमोट कंट्रोल मोदी जी के हाथ में है। तो कोशिश वो पूरी करते हैं, मगर हम लोग ने सिस्टम इस तरह बनाया है, केजरीवाल जी ने सिस्टम इतना बनाया है कि बिना रिमोट कंट्रोल के भी काफी काम टीवी पे चैनल हम लोग बदल लेते हैं अपने। अच्छा, ये बताइए कि जो आपने 70 में से 23 काम एक साल में पूरे किए हैं, तो एवरेज से तो कहा जा सकता है ठीक है, क्योंकि 5 साल में हो जाएंगे जी। तो उसमें से मेन क्या है जो 23 में से जिसमें आप सेटिस्फाइड हैं? जी, इसमें जो मेन आपको, क्योंकि देखिए आज इंडिया को इंडिपेंडेंट हुए लगभग 67-68 ईयर्स हो गए। जी। बड़ा अफसोस होता है कि 67-68 वर्ष के बाद भी आज जो बुनियादी लड़ाई है, दिल्ली हो या भारत हो, पंजाब हो, वो वही है जो आजादी के समय थी। स्वास्थ्य की, शिक्षा की, घर की होने की, जीवन व्यापन, अपना जिंदगी चलाने के अवसर को लेकर आज भी वही समस्या है। तो उसी को देखते हुए हम लोग ने प्रमुख तौर पे प्रायोरिटी में जो काम किया है वो शिक्षा के लिए कर रहे हैं, स्वास्थ्य के लिए कर रहे हैं, और लोगों की रोजमर्रा की जिंदगी आसान हो जाए इसके लिए कर रहे हैं। तो हम लोग ने, जैसे मैंने बताया, नए स्कूल शुरू कर दिए हैं, कई स्कूल में एक्सपेंशन कर रहे हैं, नए अस्पताल शुरू कर दिए हैं, डिस्पेंसरी शुरू कर दिए हैं। साथ में स्कूलों में, माफ कीजिए मैं आपको रोक रहा हूँ, क्योंकि आम देखने को मिला है कि जो गवर्नमेंट के स्कूल है वहाँ एजुकेशन उतनी नहीं होती, फिर वही टीचर शाम को ट्यूशन लेते हैं, वो पढ़ाई स्कूल में नहीं होती, फिर ट्यूशन में करते हैं। तो इसके लिए आप क्या मदद कर सकते हैं लोगों की? तो इसमें हम लोग ने सरकार आने के बाद बहुत स्ट्रिक्ट इस पे कदम उठाया है। अनुशासनहीनता की कई जगह कार्रवाई करी है, और उसका नतीजा ये हुआ है कि स्कूल में कई जगह हम लोग ने 2 शिफ्ट कर दी है, सुबह और शाम की। तो उससे ये है कि जो सरकारी टीचर है वो व्यस्त है सुबह और शाम दोनों समय पढ़ाने में। और मेरे को ये बताते बड़ा अच्छा लगता है कि
पहली बार शायद 5-7 साल में हुआ है कि जो टीचर्स का प्रेजेंट होने का रेशियो है वो 95% के ऊपर है, एब्सेंट नहीं होते हैं। तो कुछ तो मेरे ख्याल डर काम कर रहा है और कुछ लोगों में एक ये नई सोच कि भाई दिल्ली के लिए काम करना है, तो वो आगे चल के आ रही है। दोनों चीजें हैं। कई और जैसे कि मैं आपको बताऊं 1000 करोड़ के लगभग 3 बड़े फ्लाईओवर बने दिल्ली में। आपने ये सुना होगा कि 1000 करोड़ का फ्लाईओवर 1500 करोड़ 200 करोड़ 2000 करोड़ में पूरा हुआ। पहली बार हुआ कि 1000 करोड़ का काम 800 करोड़ में हो गया। जो 200 करोड़ बचे वो सरकार ने अपने पास नहीं रखे। सरकार ने ये निर्णय लिया कि वो 200 करोड़ लगा के हर अस्पताल में जो दवाइयां हैं वो पूरी दिल्ली वालों को फ्री दी जाएंगी। तो इस तरह का हम लोग अलग अलग कार्यक्रम अपने दायरे में जिस तरह वो कर रहे हैं। सो दोस्तों, बहुत सारे प्रश्न अजय भी पूछने वाले ने और मैं अपनी गलबात जारी रखांगा एक छोटे जे ब्रेक तो बाद। Online around the world 24 hours a day. Amber Radio. आपका स्वागत है और मेरे पास इस समय आदर्श शास्त्री जी, जो कि लाल बहादुर शास्त्री जी के ग्रैंडसन और इस समय एमएलए हैं दिल्ली गवर्नमेंट में, और इसी तरह जरनैल सिंह जी जो कि वाइस चेयरमैन हैं पंजाबी एकेडमी दिल्ली के भी, और तिलक नगर से ये असेंबली के मेंबर भी हैं और बड़ा हार्ड काम ये दोनों कर रहे हैं, बाकी भी जितने भी इनके एमएलए। तो क्योंकि लोगों को अभी पंजाब में भी इलेक्शन होने वाली है अगले साल और भी कई स्टेट्स में इलेक्शन है, तो ये अच्छी बात है कि इन्होंने अभी कंसंट्रेट पंजाब पर ही किया है। और क्योंकि धीरे धीरे कदम हम उठाए तो फिर अच्छा रहता है ना। तो वो ना शिवाजी मराठे एक बार जब युद्ध हो रहा था मुगलों के साथ तो थके हुए थे, तो एक बार एक झोंपड़ी थी उसमें चले गए और उसने पहचाना तो नहीं, माता ने, एक बुजुर्ग माता थी, उन्होंने कहा भूख लगी माँ कुछ दो। उसने जल्दी से भात बनाई और उनके आगे रख दी और शिवाजी क्योंकि भूखे थे उन्होंने बीच में से अपना हाथ जैसे डाला तो उंगलियां जल गईं। तो फिर उस माँ ने कहा, उसने कहा कि भाई सिपाही तेरी शक्ल शिवाजी से मिलती है लेकिन तू भी पागल ही लगता है उसकी तरह। तो कहने लगा अच्छा क्या मूर्खता है शिवाजी में? शिवाजी पूछ रहे हैं क्या मूर्खता है? तो उन्होंने कहा कि भाई पहले जहाँ ठंडा था साइड पर वहाँ हाथ लगाना चाहिए था, और वो भी शिवाजी भी ऐसे बड़े बड़े युद्ध करता है, पहले छोटे छोटे किले फतेह करे। तो ये आम आदमी पार्टी भी छोटे छोटे किले फतेह करे फिर ही दिल्ली का फतेह होगा किला। तो मैं जरनैल जी आपसे ये पूछना चाहता हूँ, चाहे आप हिंदी में या पंजाबी में जिस मर्जी भाषा में आप उत्तर दें, क्योंकि अभी हमारे शास्त्री जी हैं आदरणीय, तो पंजाबी तो आपने, पंजाबियों को एक मान है कि वो हिंदी नहीं सीखते, वो दूसरे को पंजाबी सिखा देते हैं। तो ये दसो फिर कि ਤੁਹਾਡੇ ਮੈਂ ਦੇਖੇ ਨੇ ਕਿ ਬੜੇ ਕੰਮ ਤੁਸੀਂ ਵੱਖ-ਵੱਖ ਆਪਣੀ ਕੰਸਟੀਚੁਐਂਸੀ ਵਿੱਚ ਸ਼ੁਰੂ ਕੀਤੇ ਜੀ, ਤੇ ਕੀ ਬਾਕੀ ਦੇ ਵੀ ਸਾਰੇ ਕੰਸਟੀਚੁਐਂਸੀਆਂ 'ਚ ਇਦਾਂ ਨੇ ਤੇ ਤੁਹਾਨੂੰ ਸਫਲਤਾ ਕਿੰਨੀ ਕੁ ਮਿਲੀ ਹੈ? ਆਰ ਯੂ ਸੈਟੀਸਫਾਈਡ? ਮੈਂ ਜ਼ਰੂਰ ਦੱਸਣਾ ਚਾਹਾਂਗਾ ਜੀ, ਜਦੋਂ ਪਹਿਲੀ ਵਾਰ ਸਾਡੇ ਇਲੈਕਸ਼ਨ ਹੋਏ ਦਸੰਬਰ 2013 ਵਿੱਚ, ਹਾਂਜੀ, ਤੇ ਆਪਾਂ ਪਹਿਲੇ ਦਿਨ ਤੋਂ ਇੱਕੋ ਸਵਰਾਜ ਜੋ ਅੱਖਰ ਕਿਤਾਬਾਂ 'ਚ ਦਬ ਕੇ ਰਹਿ ਗਿਆ ਸੀ, ਵਾਰ-ਵਾਰ ਉਹਨੂੰ ਪਬਲਿਕ 'ਚ ਬੋਲਦੇ ਸੀ ਜੀ ਜੀ ਕਿ ਸਾਡੀ ਸਰਕਾਰ ਬਣੇਗੀ, ਸਾਨੂੰ ਸੇਵਾ ਮਿਲੇਗੀ ਤੇ ਅਸੀਂ ਸਵਰਾਜ ਨੂੰ ਅਸਲ ਮਾਇਨੇ 'ਚ ਕਾਇਮ ਕਰਾਂਗੇ। ਤੇ ਉਹਦੀ ਸ਼ੁਰੂਆਤ ਹੋਈ ਜਦੋਂ ਸਾਨੂੰ ਪਹਿਲੀ ਵਾਰ ਐਮਐਲਏ ਲੈਡ ਫੰਡ ਮਿਲਿਆ, ਲੋਕਲ ਏਰੀਆ ਡਿਵੈਲਪਮੈਂਟ ਫੰਡ ਹੁੰਦਾ ਹੈ, ਤੇ ਜਿੱਦਾਂ ਆਪਾਂ ਵਾਅਦਾ ਕੀਤਾ ਸੀ ਬਈ ਕਿ ਜੋ ਵੀ ਡਿਸੀਜਨ ਹੋਏਗਾ ਉਹ ਤੁਹਾਡੇ ਤੋਂ ਪੁੱਛ ਕੇ ਲਾਂਗੇ ਪਬਲਿਕ। ਹਾਂਜੀ, ਤੇ ਆਪਾਂ ਇੱਕ ਮਹੱਲੇ ਵਿੱਚ ਮੀਟਿੰਗ ਕੀਤੀ ਕਿ ਜੀ ਦੱਸੋ ਜੀ ਇਹ ਫੰਡ ਆਇਆ ਇਹਨੂੰ ਕਿੱਥੇ ਖਰਚਣਾ, ਤੇ ਲੋਕੀ ਬੜੇ ਹੈਰਾਨ ਹੋਏ। ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਦਾਂ ਦੀ ਵੀ ਕੋਈ ਸਕੀਮ ਹੁੰਦੀ, ਲੋਕਾਂ ਤੋਂ ਪੁੱਛਿਆ ਵੀ ਜਾਂਦਾ ਹੈ। ਸਾਨੂੰ ਤੇ ਲੱਗਦਾ ਸੀ ਐਮਐਲਏ ਸ਼ਾਇਦ ਆਪਣੇ ਘਰੋਂ ਖਰਚਦੇ ਹੋਣਗੇ, ਐਮਐਲਏ ਫੰਡ ਕਹਿੰਦੇ ਸੀ। ਤੇ ਸਭ ਨੂੰ ਦੱਸਿਆ ਗਿਆ ਵੀ ਤੁਹਾਡੇ ਟੈਕਸ ਤੋਂ ਇਕੱਠਾ ਹੋ ਗਿਆ ਪੈਸਾ ਆਉਂਦਾ ਤੇ ਤੁਹਾਡੀ ਡਿਵੈਲਪਮੈਂਟ ਦੀ ਖਰਚ ਹੋਣਾ ਹੈ। ਪੈਸੇ ਦੇ ਅਸਲ ਮਾਲਕ ਤੁਸੀਂ ਆਪ ਹੀ ਹੋ ਤੇ ਤੁਸੀਂ ਆਪ ਹੀ ਫੈਸਲਾ ਕਰੋ ਵੀ ਇਹ ਕਿੱਥੇ ਖਰਚ ਹੋਣਾ ਚਾਹੀਦਾ ਹੈ। ਜੀ ਜੀ। ਤੇ ਪਬਲਿਕ ਇਸ ਚੀਜ਼ ਨੂੰ ਲੈ ਕੇ ਬੜੀ ਖੁਸ਼ ਹੋਈ ਤੇ ਪਬਲਿਕ ਨੇ ਬੜੇ ਛੋਟੇ ਛੋਟੇ ਜਿਹੇ ਕੰਮ ਦੱਸੇ, ਬਈ ਨਾਲੀ ਬਣਵਾ ਦਿਓ, ਸੜਕ ਬਣਵਾ ਦਿਓ, ਸੀਵਰ ਬੰਦ ਪਿਆ ਹੈ, ਇਹ ਛੋਟੇ ਛੋਟੇ ਡਿਮਾਂਡਸ ਹੁੰਦੀਆਂ ਪਬਲਿਕ ਦੀਆਂ। ਹਾਂਜੀ ਹਾਂਜੀ। ਤੇ ਉਹ ਚੀਜ਼ ਫਿਰ ਉਹ ਕੰਮ ਐਜ਼ ਇਟ ਇਜ਼ ਆਪਾਂ ਸਿਰੇ ਚਾੜਨ ਦੀ ਕੋਸ਼ਿਸ਼ ਕੀਤੀ ਤੇ ਕਰਵਾਏ ਗਏ। ਤੇ ਹੁਣ ਜਦੋਂ ਦੁਬਾਰਾ ਫਰਵਰੀ 2015 ਵਿੱਚ ਸਰਕਾਰ ਬਣੀ
ਤੇ ਇਹ ਸਾਰੀ ਜ਼ਿੰਦਗੀ ਆਪਾਂ ਨਹੀਂ ਹੋ ਸਕਦੇ ਤੇ ਸਰਕਾਰ ਨੇ ਇਸ ਨੂੰ ਕਾਨੂੰਨ ਬਣਾਉਣ ਦਾ ਫੈਸਲਾ ਲਿਆ। ਅੱਛਾ, ਵੈਰੀ ਗੁੱਡ। ਤੇ ਸਵਰਾਜ ਕਾਨੂੰਨ ਬਣਾਇਆ ਤੇ ਉਹਦੇ ਅੰਤਰਗਤ ਮੁਹੱਲਾ ਸਭਾ ਕਰਕੇ ਇੱਕ ਪ੍ਰੈਕਟਿਸ ਸ਼ੁਰੂ ਕੀਤੀ ਜੀ ਜੀ। ਮੁਹੱਲਾ ਸਭਾ 'ਚ ਕੀ ਸੀ ਕਿ ਸਾਰੀ ਸਰਕਾਰ ਹਰ ਡਿਪਾਰਟਮੈਂਟ ਦੇ ਆਫੀਸਰਸ ਪਬਲਿਕ ਕੋਲ ਗਏ, ਇੱਕ ਮਹੱਲਾ 5000 ਦੀ ਐਵਰੇਜ ਆਬਾਦੀ ਉੱਤੇ ਇੱਕ ਮਹੱਲਾ ਬਣਾਇਆ ਤੇ ਉੱਥੇ ਦੇ ਹਰ ਵੋਟਰ ਨੂੰ ਇਨਵਾਈਟ ਕੀਤਾ ਗਿਆ ਵੀ ਤੁਹਾਡੇ ਬਜਟ ਦਾ ਫੈਸਲਾ ਤੁਸੀਂ ਆਪ ਕਰਨਾ ਤੇ ਫਲਾਣੀ ਥਾਂ ਤੇ ਇੰਨੇ ਵਜੇ ਤੁਹਾਡੇ ਬਜਟ ਦੀ ਮੀਟਿੰਗ ਹੋਣੀ ਹੈ। ਤੇ ਪਬਲਿਕ ਬਹੁਤ ਹੀ ਉਤਸ਼ਾਹ ਨਾਲ ਵਾਕਈ ਆਉਣਗੇ ਆਈ ਤੇ ਉੱਥੇ ਪਹੁੰਚੀ, ਕਿਉਂਕਿ ਸਭ ਦੀ ਜ਼ਿੰਦਗੀ ਉੱਥੇ ਬਜ਼ੁਰਗ ਵੀ ਸੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਲੱਗ ਗਈ ਪਰ ਉਹਨਾਂ ਨੇ ਕਦੀ ਏਦਾਂ ਦਾ ਕੰਮ ਹੁੰਦੇ ਨਹੀਂ ਵੇਖਿਆ। ਤੇ ਬੜੀ ਖੁਸ਼ੀ ਹਰ ਤਬਕੇ ਤੋਂ ਬੰਦਾ ਉੱਥੇ ਪਹੁੰਚਿਆ, ਯੂਥ ਵੀ ਸੀ, ਮਾਤਾਵਾਂ ਭੈਣਾਂ ਵੀ ਸੀਗੀਆਂ ਤੇ ਸਾਰਿਆਂ ਤੋਂ ਇਕੱਠੇ ਹੋ ਕੇ ਤੇ ਪੂਰੀ ਗਵਰਨਮੈਂਟ ਜਦੋਂ ਉੱਥੇ ਪਹੁੰਚੀ ਤੇ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤੇ ਫਿਰ ਉਸ ਨੂੰ ਅਸਲ ਮਾਇਨੇ 'ਚ ਇੰਪਲੀਮੈਂਟ ਕਰਨ ਦੀ ਫਿਰ ਕੋਸ਼ਿਸ਼ ਕੀਤੀ ਗਈ ਤੇ ਉਹ ਸਾਰੇ ਕੰਮ ਹੁਣ ਜਦੋਂ ਐਗਜ਼ੀਕਿਊਟ ਹੋਣਾ ਸ਼ੁਰੂ ਹੋਏ ਨੇ ਜੀ। ਕਿਉਂਕਿ ਅੱਜ ਤੋਂ ਪਹਿਲਾਂ ਇਹ ਸਾਰੇ ਦੇ ਸਾਰੇ ਜਿੱਦਾਂ ਵੀ ਕਦੀ ਵੀ ਐਮਐਲਏ ਫੰਡ ਖਰਚ ਹੁੰਦਾ ਸੀ ਤੇ ਇੱਕ ਬੰਦ ਕਮਰੇ 'ਚ ਫੈਸਲਾ ਹੋ ਜਾਂਦਾ ਸੀ ਕਿ ਬਈ ਇਹ ਫੰਡ ਕਿੱਥੇ ਖਰਚ ਹੋਣਾ। ਪਬਲਿਕ ਦੀ ਕੋਈ ਇਹਦੇ 'ਚ ਆਮ ਤੌਰ ਤੇ ਐਮਐਲਏ ਤੇ ਆਪਣੀ ਗਲੀ ਦੀਆਂ ਨਾਲੀਆਂ ਠੀਕ ਹੁੰਦੀਆਂ ਸੀ। ਹਾਂਜੀ, ਮੈਂ ਦੱਸਦਾ ਸੀ ਆਪਾਂ ਇਲੈਕਸ਼ਨ ਤੋਂ ਪਹਿਲੇ ਕਿ ਆਪਾਂ ਚੈੱਕ ਕੀਤਾ ਵੀ ਮੇਰੇ ਤੋਂ ਪਹਿਲੇ ਜਿਹੜੇ ਐਮਐਲਏ ਸਾਹਿਬ ਸੀ ਉਹਨਾਂ ਨੇ ਫੰਡ ਕਿੱਥੇ ਖਰਚ ਕੀਤਾ। ਫਿਰ ਬੜੀ ਹੈਰਾਨੀ ਵਾਲੀ ਚੀਜ਼ ਵੇਖਣ ਆਈ ਕਿ ਇੱਕ ਹਰ ਕਲੋਨੀ ਦੇ ਬਾਹਰ ਇੱਕ ਗੇਟ ਜਿਹਾ ਲੱਗਦਾ ਹੈ। ਗੇਟ ਕੋਈ ਬੰਦ ਹੋਣ ਖੁੱਲਣ ਵਾਲਾ ਨਹੀਂ ਹੁੰਦਾ, ਉੱਤੇ ਗੇਟ ਦੇ ਉੱਤੇ ਇੱਕ ਪਲੇਟ ਐਵੇਂ ਟਾਵਰ ਜਿਹਾ, ਹਾਂ ਉਹ ਪਲੇਟ ਲੱਗੀ ਹੁੰਦੀ ਵੀ ਅਸ਼ੋਕ ਨਗਰ में आपका स्वागत है। ਤੇ ਫੰਡ ਦਾ ਲਗਭਗ 80-85% ਹਿੱਸਾ ਸਿਰਫ ਉਹ ਗੇਟ ਦੇ ਉੱਤੇ ਖਰਚਤਾ ਗਿਆ, ਜਦਕਿ ਇਲਾਕੇ ਵਿੱਚ ਪੀਣ ਦੇ ਪਾਣੀ ਦੀ ਲੈਣਾ ਨਹੀਂ 40-40 ਸਾਲ ਹੋ ਗਏ ਨੇ ਕਲੋਨੀਆਂ ਬਣੇ, ਸੀਵਰ ਪ੍ਰੋਪਰ ਨਹੀਂ ਹੈ, ਸੜਕਾਂ ਪ੍ਰੋਪਰ ਨਹੀਂ ਨੇ। ਤੇ ਜਦੋਂ ਇਹ ਸਾਰੇ ਕੰਮ ਹੋਣੇ ਸ਼ੁਰੂ ਹੋ ਗਏ ਕਿਉਂਕਿ ਫੰਡ ਤੇ ਉਹਨਾਂ ਹੀ ਸੀ ਪਰ ਕੰਮ ਛੋਟੇ ਸੀ ਤੇ ਬੜੇ ਸਾਰੇ ਗਿਣਤੀ 'ਚ ਕੰਮ ਹੋਣੇ ਸ਼ੁਰੂ ਹੋ ਗਏ ਤੇ ਪਬਲਿਕ ਵਿੱਚ ਇੱਕ ਉਤਸ਼ਾਹ ਹੈ ਤੇ ਸਾਨੂੰ ਵੀ ਬੜੀ ਤਸੱਲੀ ਜੀ ਮਿਲਦੀ ਹੈ ਜਦੋਂ ਪਬਲਿਕ ਵੱਲੋਂ ਇੰਨਾ ਪਿਆਰ ਮਿਲਦਾ ਹੈ। ਤੁਹਾਡੇ ਸਾਹਮਣੇ ਅਸੀਂ ਤੇ ਸਗੋਂ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਪਬਲਿਕ ਦਾ ਪਿਆਰ ਤੇ ਵਿਸ਼ਵਾਸ ਹੈ ਤੇ ਜੋ ਆਪਾਂ ਵਾਅਦੇ ਕੀਤੇ ਸੀ ਉਹਨੇ ਪੂਰੇ ਕਰ ਰਹੇ ਹਾਂ ਤੇ ਸਾਨੂੰ ਬੜੀ ਤਸੱਲੀ है, पब्लिक भी इस चीज को लेके बड़ी खुश है कि डेवलपमेंट होने स्पीड में हो रही है। बहुत अच्छा। तो शास्त्री जी आप क्योंकि ये जो इनके मैंने इंटरनेट पर देखी हर इलाके में कई स्कीमें इन्होंने शुरू की है, क्या यही सिस्टम पूरे दिल्ली में है? आप भी कंस्टिट्यूंसी में भी है? जी, पूरे दिल्ली में यही सिस्टम है। मेरी कॉन्स्टिट्यूंसी द्वारका है जी। द्वारका में 20 साल से सबसे बड़ी परेशानी समस्या जो है पानी की रही, पीने के पानी की। जी। वहाँ पानी नहीं रहा तो और कमाल की बात यह है कि जहाँ कमाल है नाम उसका द्वारका और वहाँ पानी ना मिले तो दूध ही दूध मिलना चाहिए। बिल्कुल। और बड़ा अफसोस इस बात का है कि वहाँ पे जहाँ से पानी सप्लाई होना था वो प्लांट लगभग 12 साल पहले बन के तैयार था। अच्छा। मगर उस प्लांट को चालू नहीं किया गया क्योंकि वहाँ पे पानी ना रहने से टैंकर, जो पानी के टैंकर होते हैं, उसका माफिया चलता था, उससे कमाई होती थी। तो पहले की राजनीति ऐसी थी कि वहाँ पे वो प्लांट होने के बावजूद चलने नहीं दिया और उस पर कमाई होती रही। अच्छा। मैं वहाँ से चुना गया, उसके बाद अरविंद जी को मैंने बताया, उन्होंने आदेश दिया कि 90 दिन के अंदर ये प्लांट चालू किया जाए और बड़ी मेरे को खुशी होती बताते हुए कि 90 दिन के बाद जब पानी आया मेरे ऑफिस में कई ऐसे बुजुर्ग महिलाएं आई, उन्होंने बोला कि 40 साल पहले शादी के बाद मैं गांव से यहाँ आई और तब से टैंकर के पीछे भागती थी, बच्चे हुए वो भी टैंकर के पीछे भागते थे, 8-8, 6-6 साल के पोते नाती वो भी टैंकर के पीछे भागते हैं और अब जब नल में पानी आ गया है तो वो बच्चे आज कुर्सी लगाकर उधर नल के आगे बैठे क्योंकि उन्होंने नल में कभी पानी आते देखा ही नहीं। क्या बात है। तो इस तरह की बड़ी खुशी इस तरह के काम में होती है और ये द्वारका में नहीं पूरे दिल्ली में हर जगह हो रहा है। जैसे जनरल मैंने ने बताया एमएलए फंड जो हम लोग के पास होता है लगभग 5 साल में 20 करोड़ रुपया, 4 करोड़ रुपए हर साल होता है, वो अगर ठीक से खर्चा जाए तो छोटी छोटी जो बुनियादी समस्याएं उनका हल निकल सकता है। बहुत अच्छा। तो वो सारे एमएलए हम लोग के यहाँ कर रहे हैं और मजबूती से वो काम कर रहे हैं। इसके अलावा भी जो ये मोहल्ला सभा का कॉन्सेप्ट है ये हम लोग ने एक प्रयोग 11 विधानसभा में शुरू किया है और वो उसके तहत और पैसा आ गया है और अगले साल से यानी कि 2016-17 का जो वर्ष है उससे 70 की 70 विधानसभा में ये इम्प्लीमेंट किया जाएगा। तो हर जगह बुनियादी जरूरतों के जो काम है वो जमीनी स्तर पे लोग तय करके अपना काम करेंगे, जो सही मायने में स्वराज है, जो महात्मा गांधी जी का सपना था। क्या बात है। सो दोस्तों आप जी सुन रहे हो साडे आदर्श शास्त्री जी और जरनैल सिंह जी लाल पखना जी इन्हां दे और कितने एक नवा एक जोश
ਔਰ ਨਵੇਂ ਉਤਸ਼ਾਹ ਦੇ ਨਾਲ ਇਹ ਸਮਾਜ ਦੇ ਵਿੱਚ ਆ ਰਹੇ ਨੇ। ਔਰ ਕਿਉਂਕਿ ਹੁਣ ਅਗਲੇ ਹਫਤੇ ਸਾਡੇ ਕੈਮਰਾ ਵੀ ਲੱਗ ਜਾਣਾ, ਤੁਸੀਂ ਇਹਨਾਂ ਦੀ ਫੋਟੋ ਵੀ ਵੇਖ ਸਕਿਆ ਕਰੋਗੇ। ਅਜੇ ਕੈਮਰਾ ਨਹੀਂ ਲੱਗਿਆ, ਲੇਕਿਨ ਬੜੇ ਸਿੰਪਲ ਵਸਤਰਾਂ ਦੇ ਵਿੱਚ ਵੀ ਆਏ ਨੇ। ਇਹ ਨਹੀਂ ਕਿ ਅਸੀਂ MLA ਆ, ਨਹੀਂ ਤੇ ਕਿਵੇਂ ਗੱਡੀਆਂ ਅੱਗੇ ਪਿੱਛੇ ਫਿਰਦੀਆਂ। ਤੇ ਇਹ ਉੱਥੇ ਵੀ ਵੇਖਿਆ ਕਿ ਬਿਲਕੁਲ ਸਾਦਗੀ ਦੇ ਵਿੱਚ ਟਰਾਮ ਵਿੱਚ ਹੀ ਆ ਜਾਂਦੇ ਨੇ, ਅੰਡਰਗਰਾਊਂਡ ਦੇ ਵਿੱਚ ਵੀ, ਬੱਸਾਂ 'ਚ ਵੀ ਇਹ ਸਫ਼ਰ ਕਰ ਲੈਂਦੇ ਨੇ। ਤੇ ਲੋਕਾਂ ਦੇ ਵਿੱਚ ਰਹਿਣਾ, ਕਿਉਂਕਿ ਜਿਨ੍ਹਾਂ ਲੋਕਾਂ ਨੇ ਚੁਣਿਆ ਉਹਨਾਂ ਦੇ ਵਿੱਚ ਰਹਿਣ ਦੇ ਨਾਲ ਹੀ ਇਹ ਭਲਾਈ ਹੋ ਸਕਦੀ ਹੈ। ਉਹਨਾਂ ਦੇ ਵਿੱਚ ਰਹਿ ਕੇ, ਉਹਨਾਂ ਦੀ ਗੱਲਬਾਤ ਸੁਣ ਕੇ ਹੀ ਇਹ ਦੇਸ਼ ਦਾ ਸੁਪਨਾ ਪੂਰਾ ਕਰ ਸਕਦੇ। ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਹਾਜ਼ਰੀ ਭਰਦੇ। ਤੋ ਵੈਲਕਮ ਬੈਕ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਅਗਲੇ ਮਾਲਕ ਵੀ ਆ ਗਏ ਨੇ, ਪ੍ਰੈਜ਼ੈਂਟਰ ਪਹੁੰਚ ਗਏ ਨੇ। ਤੁਸੀਂ ਉਹਨਾਂ ਦਾ ਵੀ ਪੂਰਾ ਸਾਥ ਦੇਣਾ ਔਰ ਮਾਲਕ ਕਿਰਪਾ ਕਰੇ ਉਹ ਤੁਹਾਡੀ ਖਿਦਮਤ ਜਿਵੇਂ ਹਮੇਸ਼ਾ ਹੀ ਕਰਦੇ ਨੇ ਇੰਝ ਹੀ ਕਰਦੇ ਰਹਿਣ। ਤੇ ਉਹਨਾਂ ਲਈ ਦੁਆ ਕਰਨੀ, ਅੱਲਾਹ ਤਾਲਾ ਉਹਨਾਂ ਨੂੰ ਸਿਹਤ ਵੀ ਅੱਛੀ ਦੇਵੇ ਔਰ ਕੌਮ ਦੀ ਤੇ ਮੁਲਕ ਦੀ ਸੇਵਾ ਇਸ ਤਰ੍ਹਾਂ ਕਰਦੇ ਰਹਿਣ। ਔਰ ਇਸ ਵਕਤ ਮੇਰੇ ਨਾਲ ਜੋ ਦਿੱਲੀ ਗਵਰਨमेंट ਦੇ ਰਿਪਰੈਜ਼ੈਂਟੇਟਿਵ, ਪੂਰੀ गवर्नमेंट ही समझो आई बैठी है। शास्त्री जी, क्योंकि आजकल ना बड़ी आज इलेक्शन हो रही है पंजाब में, एक बाई इलेक्शन है जी, और सबका ध्यान जो है उसकी तरफ है। तो पंजाब में आप क्या कर रहे हैं? जिस तरह का करिश्मा दिल्ली में देखा जी, हम लोग उम्मीद कर रहे हैं कि पंजाब में ही वैसा करिश्मा दोबारा होगा। अच्छा। और उसका कारण आम आदमी पार्टी नहीं है, उसका कारण ये है कि पंजाब में भी जो लोग हैं हमारे रहने वाले, वो वहाँ की मौजूदा राजनीति से बुरी तरह से त्रस्त हैं, परेशान हैं। जी जी। पिछले 15-20 वर्ष से वहाँ पे जो दो खेमों की राजनीति चलती रही, कांग्रेस की, भारतीय जनता पार्टी, अकालियों की, उसमें विकास हुआ तो उनका अपना हुआ। और पंजाब का वो जो तो है खूब वो, हुआ। हाँ, वो पंजाब वहीं का वहीं है। हाँ। आज वहाँ पे जितने हमारे युवा हैं, यूथ हैं, वो ड्रग्स की समस्या से जूझ रहे हैं। किसान हमारे वहाँ परेशान है। कोई भी वहाँ पे इंडस्ट्री जो है बंद पड़ी है। तो जितना भी ये सब आज 15-20 साल से रुका हुआ है जी जी। विकास, उस कड़ी को दोबारा शुरू करने के लिए, जोड़ने के लिए आज वहाँ पे तीसरा खेमा एक विकल्प के रूप से आम आदमी पार्टी उभर के आ रहा है बहुत तेजी से। और इसका कारण ये है कि पंजाब में रहने वाले लोग देख रहे हैं दिल्ली में किस तरह ईमानदारी से, मजबूती से काम हो रहा है, विकास की बात हो रही है। किस तरह से राजनीति को वापस उस दिशा पे ले जाया जा रहा है जहाँ पे साधारण और सिंप्लिसिटी के साथ, वैल्यूज के साथ काम देश के लिए लोग करते थे। राजनीति समाज सेवा का नाम था, ना कि व्यापार का। तो वो पंजाब में भी लोग देख रहे हैं। उसको देखते हुए पिछले 1.5 वर्ष में आम आदमी पार्टी ने संगठन मजबूत करने का काम पंजाब में शुरू किया। अभी माघी मेला मुक्तसर में हुआ, आपको जानकारी, उसमें 5-6 लाख से ज्यादा आबादी लोग वहां रहे अरविंद जी को सुनने। पंजाब जोड़ो का हमने कार्यक्रम शुरू किया है, जहाँ पे हर परिवार से, पिंड से लोग हमारे से जुड़ रहे हैं। और मैं उम्मीद ये कर रहा हूँ कि जिस तरह से संगठन का काम चल रहा है, और खास तौर से पंजाब से हर गांव से लगभग रहने वाले कोई ना कोई यहाँ पे यूके में हर जगह बसे हैं। और इन जितने यहाँ पे हमारे साथी हैं, उनकी बात वहां पे जब ये रखते हैं तो उसकी बहुत वैल्यू है। जी जी। तो हम लोग ये चाहते हैं कि यहाँ के साथियों के माध्यम से और पंजाब में आम आदमी पार्टी की बात करें, चर्चा करें, जिससे जो पंजाब को जिस तरह का एक विकास मिलना चाहिए वो आम आदमी पार्टी के माध्यम से मिले। और मैं आपको ये बिल्कुल यकीन से बता सकता हूँ कि जनवरी 2017 में जो चुनाव होंगे उसमें आम आदमी पार्टी की सरकार दिल्ली की तरह पूरे चमत्कार के साथ, पूरी बहुमत के साथ, हो सकता है दिल्ली का रिकॉर्ड टूट के वहां पे आम आदमी पार्टी की सरकार बने। बहुत बहुत हमारी गुड विशेस आपके लिए। और एक बार जितने हमारे श्रोता हैं सबकी तरफ से आपका शुक्रिया। आई नो कि आपका एक एक मिनट बिजी है, लोग आपसे मिलना चाहते हैं, लोगों की आशाएं हैं, और फिर भी आप समय निकाल कर अंबर रेडियो पर आए। तो मेरी यही दुआ है कि आपको हर प्रकार से कामयाबी हो और देश का कुछ भला हो। जैसे आपने कहा, अब पूरे समाज को किस तरीके से 70% यंगस्टर इन पंजाब आर एडिक्टेड टू ड्रग्स, ये स्टेटिस्टिक गवर्नमेंट के हैं। तो हमें इतना दुख होता है, खून के हंजू आते हैं। तो दूसरा एक इशू, क्योंकि जर्नैल जी जो दिल्ली का खास तौर पर 84 का जो सिख भाइयों के साथ, सिख संगत के साथ इनडिस्क्रिमिनेटली जुल्म हुआ,
और मैं समझो मैंने आंखों से देखा, मैं खुद भी उधर था, और जमुना पार से जो हमारे फंसे हुए थे कुछ लोग, जो बेचारों को केस काट कर आना पड़ा, और मैं भी जब उनको लेने गया मुझे कड़ा उतारना पड़ा, मैं कहीं रास्ते में पकड़ ले गई सरदार है, तो उसका अभी तक कुछ हुआ नहीं है। जितने दोषी हैं उनका कुछ हुआ नहीं, आपकी सरकार है। तो उसके बारे में आप बताइए। आपने एक तो जो लोग अफेक्टेड थे, जिनके आदमी मर गए, उनको लिए आपने क्या किया विधवाओं के लिए, और दूसरा उसको इंसाफ भी तो होना चाहिए ना। जी बिल्कुल। नवंबर 1984 ਵਿੱਚ ਜੋ ਦਿੱਲੀ ਦੀ ਸੜਕਾਂ ਤੇ ਵਾਪਰਿਆ ਉਹ ਜੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਗੱਲ ਸੀ ਤੇ ਅਫਸੋਸ ਦੀ ਗੱਲ ਉਸ ਤੋਂ ਵੀ ਵੱਡੀ ਹੈ ਕਿ ਅੱਜ ਤੱਕ ਉਹ ਜਿਹੜੇ ਜ਼ਖਮ ਹੈ ਉਹ ਹਰੇ ਨੇ। ਹਾਂਜੀ। ਕਦੀ ਉਹਨਾਂ ਤੇ ਮਰਹਮ ਨਹੀਂ ਲਾਈ ਗਈ ਜੀ। ਤੇ ਉਸ ਤੋਂ ਬਾਅਦ ਦੋ ਮੇਜਰ ਪਾਰਟੀਆਂ ਨੇ ਜਿਨ੍ਹਾਂ ਦੇ ਸੱਤਾ ਤੇ ਕਾਇਮ ਰਹੀਆਂ ਨੇ ਇੰਡੀਆ ਦੀ। ਜੀ। ਤੇ ਇੱਕ ਤੇ ਆਪ ਹੀ ਦੋਸ਼ੀ ਸਨ ਉਹਨਾਂ ਦੰਗਿਆਂ ਦੇ, ਉਸ ਕਤਲੇਆਮ ਦੇ। ਜੀ। ਤੇ ਦੂਜੀ ਪਾਰਟੀ ਨੇ ਵੀ ਕਦੀ ਮਤਲਬ ਇਨਸਾਫ ਦਿਵਾਉਣ ਦੀ ਕੋਸ਼ਿਸ਼ ਦਾ ਸਿਰਫ ਢੋਂਗ ਹੀ ਕੀਤਾ। ਪਿਛਲੇ 32 ਸਾਲ ਹੋਣ ਲੱਗੇ ਜੀ। ਜੀ। ਪਿਛਲੇ 31-32 ਸਾਲਾਂ ਵਿੱਚ ਦੋਵੇਂ ਪਾਰਟੀਆਂ ਦੀ ਸਰਕਾਰਾਂ ਆਈਆਂ। ਪਰ ਇਨਸਾਫ ਦੇ ਨਾਂ ਤੇ ਸਿਰਫ ਗੁੰਮਰਾਹ ਕੀਤਾ ਗਿਆ। ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਸਿਰਫ ਵੋਟਾਂ ਦੀ ਰਾਜਨੀਤੀ ਖੇਡੀ ਗਈ। ਹੁਣ ਰੀਸੈਂਟਲੀ ਜੋ ਪਿਛਲੇ 2 ਸਾਲਾਂ ਦੇ ਅੰਦਰ ਆਪਾਂ ਇਨਸੀਡੈਂਟਸ ਵੇਖਿਆ ਕਿ 2014 ਦੇ ਲੋਕ ਸਭਾ ਇਲੈਕਸ਼ਨ ਸੀਗੇ ਤੇ ਬੜੇ ਦੁਰਭਾਗ ਦੀ ਗੱਲ ਕਹਿ ਲਓ ਜਾਂ ਜੋ ਵੀ ਕਹੋ ਕਿ ਦੁਨੀਆ 'ਚ ਕਿਤੇ ਵਿਧਵਾ ਕਲੋਨੀ ਨਹੀਂ ਹੁੰਦੀ, ਪਰ ਮੇਰੀ ਕਨਸਟੀਟੂਐਂਸੀ ਵਿੱਚ ਇੱਕ ਵਿਧਵਾ ਕਲੋਨੀ ਹੈ ਜਿਹਨੂੰ ਤਿਲਕ ਵਿਹਾਰ ਕਹਿੰਦੇ ਆ। ਤੇ ਇੱਥੇ ਉਹ ਸਾਰੇ ਜੋ ਵੀ ਵਿਕਟਮ ਸੀ ਜਿਨ੍ਹਾਂ ਦੇ ਪਰਿਵਾਰਾਂ ਵਿੱਚੋਂ ਲੋਕ ਸ਼ਹੀਦ ਹੋਏ, ਉਹਨਾਂ ਸਾਰਿਆਂ ਨੂੰ ਇੱਥੇ ਰੀਹੈਬਿਲਿਟੇਟ ਕੀਤਾ ਗਿਆ ਤੇ ਹਮੇਸ਼ਾ ਇਲੈਕਸ਼ਨਾਂ ਤੋਂ ਪਹਿਲੇ ਉਹਨਾਂ ਨਾਲ ਰਾਜਨੀਤੀ ਕੀਤੀ ਗਈ। ਜੀ। ਇਸ ਵਾਰੀ ਫੇਰ ਇਲੈਕਸ਼ਨ ਤੋਂ ਕੁਝ ਦਿਨ ਪਹਿਲੇ, ਦਿੱਲੀ ਇਲੈਕਸ਼ਨ ਤੋਂ ਪਹਿਲੇ ਹੋਮ ਮਿਨਿਸਟਰ ਸਾਹਿਬ ਆਉਂਦੇ ਨੇ ਤੇ ਉੱਥੇ ਅਨਾਉਂਸਮੈਂਟ ਕਰਦੇ ਨੇ ਜੀ ਇੱਥੇ ਆਪਾਂ 5-5 ਲੱਖ ਰੁਪਏ ਦੇਵਾਂਗੇ ਪੀੜਤਾਂ ਨੂੰ ਵੋਟਾਂ ਨੂੰ ਅਟਰੈਕਟ ਕਰਨ ਵਾਸਤੇ। ਤੇ ਉਸ ਤੋਂ ਬਾਅਦ ਅਰਸਾ ਨਿਕਲ ਜਾਂਦਾ ਜੀ, ਕੋਈ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਤੇ ਹੁਣ ਮੈਨੂੰ ਦੱਸਦੇ ਹੋਏ ਅੱਛਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਵਾਅਦਾ ਇਹ ਵੀ ਸੀ ਤੇ ਨਵੰਬਰ ਪਿਛਲੇ ਸਾਲ 2015 ਵਿੱਚ ਉਹਨਾਂ ਸਾਰੇ ਪੀੜਤ ਪਰਿਵਾਰਾਂ ਦੇ ਕੋਲ ਜਾ ਕੇ ਆਪ ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਪੂਰੀ ਹੋਰ ਡਿਪਟੀ ਸੀਐਮ ਸਾਹਿਬ ਨੇ ਸਾਰਿਆਂ ਨੇ ਮਿਲ ਕੇ ਉੱਥੇ ਇੱਕ ਕੈਂਪ ਲਾਇਆ ਤੇ ਸਾਰਿਆਂ ਨੂੰ 5-5 ਲੱਖ ਰੁਪਏ ਦੀ ਮਦਦ ਮੁਹੱਈਆ ਕਰਾਈ। ਹਾਲਾਂਕਿ ਅਸੀਂ ਜਾਣਦੇ ਹਾਂ ਇਸ ਗੱਲ ਨੂੰ ਕਿ ਕੰਪਨਸੇਸ਼ਨ ਤੇ ਹੋ ਹੀ ਨਹੀਂ ਸਕਦਾ ਇਸ ਚੀਜ਼ ਦਾ, ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੋ ਸਕਦੀ ਜੀ। ਤੇ ਪਰ ਫਿਰ ਵੀ ਚਲੋ ਕਈ ਵਾਰੀ ਕੁਝ ਫਾਈਨੈਂਸ਼ੀਅਲੀ ਰਿਲੀਫ ਮਿਲ ਜਾਂਦਾ ਪੈਸੇ ਨਾਲ ਤੇ ਉਹ ਦਿੱਤੇ ਗਏ 5-5 ਲੱਖ ਰੁਪਏ ਦੀ ਮਦਦ ਤੇ ਜੀ। ਪਰ ਜੋ ਉਸ ਤੋਂ ਵੀ ਵੱਡੀ ਗੱਲ ਹੈ, ਜੋ ਇਨਸਾਫ ਦੀ ਗੱਲ ਹੈ, ਇੱਕ SIT ਬਣਾਈ ਸੀ 49 ਦਿਨਾਂ ਦੀ ਸਰਕਾਰ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਜੀ। ਉਸ SIT ਨੂੰ ਪੂਰੀ ਤਰ੍ਹਾਂ ਇਨਐਕਟਿਵ ਕਰਤਾ ਗਿਆ ਸੈਂਟਰਲ ਗਵਰਨਮੈਂਟ ਵੱਲੋਂ ਤੇ ਇੱਕ ਫਰਜ਼ੀ ਉਹਨੂੰ ਫਾਰਮੈਲਿਟੀ ਵਾਸਤੇ ਇੱਕ SIT ਬਣਾਈ ਗਈ ਜਿਹਨੇ ਅੱਜ ਤੱਕ ਕੋਈ ਕੰਮ ਨਹੀਂ ਕੀਤਾ, ਜਿਹਦੇ ਵਿੱਚ ਹਜੇ ਤੱਕ ਆਫੀਸਰਸ ਦੀ ਅਪਾਇੰਟਮੈਂਟ ਨਹੀਂ ਹੋਈ। ਅੱਛਾ। ਤੇ ਇਹ ਦੋਵੇਂ ਮਿਲੇ ਹੋਏ ਹੈ ਰੀਸੈਂਟਲੀ ਪਿਛਲੇ 2 ਹਫ਼ਤਿਆਂ ਦੇ ਅੰਦਰ ਹੀ ਕੋਰਟ ਨੇ ਫਿਰ ਤੋਂ ਸੈਂਟਰ ਗਵਰਨਮੈਂਟ ਨੂੰ CBI ਨੂੰ ਝਾੜ ਮਾਰੀ ਹੈ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਕਿਉਂ ਨਹੀਂ ਹੋ ਰਹੀ। ਤੇ ਨੀਤਾ ਸਾਫ਼ ਨੇ ਦੋਵੇਂ ਪਾਰਟੀ ਦੀਆਂ, ਇੱਕ ਨੇ ਜ਼ਖਮ ਦਿੱਤੇ ਨੇ ਤੇ ਦੂਜੀ ਨੇ ਜ਼ਖਮ ਹਰੇ ਰੱਖੇ ਨੇ। ਤੇ ਪਬਲਿਕ ਉਹ ਸਾਰੇ ਹਰ ਇਨਸਾਫ ਪਸੰਦ ਆਦਮੀ ਉਮੀਦ ਕਰ ਰਿਹਾ ਹੈ, ਇੰਤਜ਼ਾਰ ਕਰ ਰਿਹਾ ਕਿ ਜਲਦੀ ਤੋਂ ਜਲਦੀ ਇਹ ਗੱਲ ਸਿਰੇ ਚੜੇ, ਕਿਉਂਕਿ ਦਿੱਲੀ ਗਵਰਨਮੈਂਟ ਦਿੱਲੀ ਕੰਪਲੀਟ ਸਟੇਟ ਨਹੀਂ ਹੈ। CBI ਪੁਲਿਸ ਇਹ ਸਭ ਦਿੱਲੀ ਗਵਰਨਮੈਂਟ ਦੇ ਕੰਟਰੋਲ 'ਚ ਨਹੀਂ ਆਉਂਦੀਆਂ। ਜੇ ਹੁੰਦੀਆਂ ਤੇ ਜਿਸ ਸਪੀਡ ਨਾਲ ਆਪਾਂ SIT ਬਣਾਈ ਸੀ ਤੇ ਉਹ ਜੇ ਕੰਮ ਕਰਨ ਦਿੰਦੇ ਉਹਨੂੰ ਤੇ ਹੁਣ ਤੱਕ ਤੇ ਕਾਫੀ ਪੋਜ਼ਿਟਿਵ ਖਬਰ ਆਣੀ ਸੀ ਇਹਦੇ ਵਿੱਚ। ਤੇ ਇਹੀ ਹੈ ਜੀ, ਆਪਣੇ ਵੱਲੋਂ ਕੋਸ਼ਿਸ਼ ਹੋ ਰਹੀ ਹੈ ਕਿ ਜਿੰਨਾ ਵੀ ਉਹਨਾਂ ਨੂੰ ਉਭਾਰ ਸਕੀਏ ਸਿਚੁਏਸ਼ਨ ਵਿੱਚੋਂ, ਕੋਸ਼ਿਸ਼ ਕਰ ਰਹੇ ਹਾਂ। ਬਹੁਤ ਜਰਨੈਲ ਜੀ ਸ਼ੁਕਰੀਆ ਤੁਹਾਡਾ। ਤੇ ਅਸੀਂ ਸਾਰੇ ਅੰਬਰ ਰੇਡੀਓ ਦੇ ਜਿਤਨੇ ਵੀ ਲਿਸਨਰ ਨੇ, ਸਰੋਤਾਗਣ, ਉਹਨਾਂ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਪਕਨਾਈ ਤੁਹਾਡਾ ਖਾਸ ਤੌਰ ਤੇ ਤੁਸੀਂ ਲੈ ਕੇ ਆਏ ਇਹਨਾਂ ਨੂੰ, ਔਰ ਜਦੋਂ ਵੀ ਅੱਗੋਂ ਤੁਸੀਂ ਪ੍ਰੋਗਰਾਮ ਬਣਾਓ ਸਾਨੂੰ ਜ਼ਰੂਰ ਪਹਿਲਾਂ ਥੋੜੀ ਜਿਹੀ ਸੂਚਨਾ ਮਿਲ ਜਾਏ ਤਾਂ ਕਿ ਲੋਕਾਂ ਦੇ ਵਿੱਚ ਜਾਇਆ ਜਾਏ, ਕਿਉਂਕਿ ਆਮ ਲੋਕਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਪੀਪਲ ਵੁੱਡ ਲਾਈਕ ਟੂ ਮੀਟ ਯੂ। ਹਾਂਜੀ। ਤੇ ਕਿਉਂਕਿ ਇੱਕ ਬਦਲਾਵ ਇੱਕ ਦੇਸ਼ ਦੇ ਵਿੱਚ ਨਹੀਂ ਤੇ ਵਿਕਲਪ ਕੋਈ ਨਹੀਂ ਸੀ ਦਿਸਦਾ ਪਿਆ। ਤੁਸੀਂ ਘੱਟੋ ਘੱਟ ਲੋਕਾਂ ਦੀ ਆਸ ਬੰਨੀ ਹੈ ਕਿ ਹੋ ਸਕਦਾ ਹੈ, ਇੰਜ ਵੀ ਹੋ ਸਕਦਾ ਹੈ। ਤੋ ਇਸ ਵਾਸਤੇ ਸਾਰੇ ਦੇਸ਼ ਨੂੰ ਇਸ ਦੀ ਜ਼ਰੂਰਤ ਹੈ ਤੇ ਬਾਕੀ ਨੌਜਵਾਨਾਂ ਨੂੰ
ਅੱਗੇ ਆਉਣ ਦੀ ਜ਼ਰੂਰਤ ਹੈ, ਜਿਵੇਂ ਤੁਸੀਂ ਕੇਜਰੀਵਾਲ ਜੀ ਨੇ ਲਿਆਂਦੇ ਨੇ। ਤੇ ਬੁੱਢੇ ਮਤਲਬ ਘਰ ਗੋਡੇ ਤੁਰਦੇ ਨਹੀਂ, ਜ਼ਬਾਨ ਤੁਰਦੀ ਨਹੀਂ। ਪਰ ਲਾ ਲਓ ਤੁਸੀਂ ਐਗਰੀਕਲਚਰ ਮਿਨਿਸਟਰ ਇੰਡੀਆ ਦਾ ਮੂੰਹ ਚਿੱਬਾ ਹੋਇਆ ਪਿਆ ਤੇ ਅਜੇ ਵੀ ਨਹੀਂ ਜਾਨ ਛੱਡਦੇ ਨਾ। ਤੋ ਇਸ ਵਾਸਤੇ ਨੌਜਵਾਨਾਂ ਨੂੰ ਮੌਕਾ ਦੇਣਗੇ ਤੇ ਤਾਂ ਹੀ ਕੋਈ ਬਦਲਾਅ ਹੋਣਾ। ਤੇ ਇੱਕ ਵਾਰ ਫਿਰ ਮੈਂ ਅੰਬਰ ਰੇਡੀਓ ਵੱਲੋਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਰੱਬ ਤੁਹਾਡੀ ਯਾਤਰਾ ਸਫਲ ਕਰੇ, ਜਿੱਥੇ ਵੀ ਜਾਓ ਸਫਲਤਾ ਪ੍ਰਾਪਤ ਹੋਵੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਰੇਡੀਓ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਵੀ ਬਹੁਤ ਧੰਨਵਾਦ, ਖਾਸ ਤੌਰ ਤੇ ਤੁਹਾਡਾ ਹਰਮਿੰਦਰ ਸਿੰਘ ਜੀ। ਸਾਰਿਆਂ ਦਾ ਬਹੁਤ ਸ਼ੁਕਰੀਆ। ਸਾਰਿਆਂ ਦਾ ਸਰੋਤਿਆਂ ਦਾ ਬਹੁਤ ਧੰਨਵਾਦ। This is Amber Radio, your local community station. ਕੰਮ ਤੋਂ ਹਟ ਕੇ ਵੀ ਸ਼ੋਪਾਂ 'ਚ ਘਰ ਦੀ ਗਰੋਸਰੀ ਲੈਣ ਜਾਣਾ ਪੈਂਦਾ ਹੈ। ਕਾਤੋਂ ਥਾਂ ਫਿਰਦੀਆਂ, ਚੱਲ ਜੋਲ ਸੁਪਰਮਾਰਕੀਟ, ਇੱਥੇ ਬਹੁਤ ਸਾਰੀਆਂ ਸੇਲਾਂ ਲੱਗੀਆਂ। ਅੱਜ ਉੱਥੋਂ ਸ਼ਾਪਿੰਗ ਕਰਕੇ ਆਉਂਦੇ ਆ। ਚੱਲ ਫਿਰ ਚੱਲੀਏ ਆਪਾਂ ਜੋਲ ਸੁਪਰਮਾਰਕੀਟ ਹੀ ਚੱਲਦੇ ਆ, ਸ਼ਾਪਿੰਗ ਉੱਥੋਂ ਹੀ ਕਰਿਆ।